MA फोर्थ ਸਮੈਸਟਰ ਵਾਲੇ ਸਟੂਡੈਂਟਸ, MA फोर्थ ਸਮੈਸਟਰ ਵਾਲੇ ਪੰਜਾਬੀ ਦੇ ਸਟੂਡੈਂਟਸ, ਬੇਟਾ ਅੱਜ ਜੋ ਹੈ ਅਸੀਂ ਆਪਣਾ ਲੋਕਧਾਰਾ ਵਾਲਾ ਪੇਪਰ ਜਿਹੜਾ ਸਾਡਾ ਦੂਜੇ ਸਮੈਸਟਰ ਵਿੱਚ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਦੇ ਨਾਂ ਨਾਲ ਜਾਣਿਆ ਜਾਂਦਾ, ਉਸ ਪੇਪਰ ਦਾ ਟੋਪਿਕ ਆਰੰਭ ਕਰਾਂਗੇ। ਪਹਿਲਾ ਜਿਹੜਾ ਟੋਪਿਕ ਹੈ ਉਹ ਤੁਹਾਡਾ ਟੋਪਿਕ ਹੈ ਸੱਭਿਆਚਾਰ ਸਿਧਾਂਤਕ ਪਰਿਪੇਖ, ਪਰਿਭਾਸ਼ਾ, ਲੱਛਣ ਜਾਂ ਪ੍ਰਭਾਵ। ਮਤਲਬ ਕਿ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਿ ਸੱਭਿਆਚਾਰ ਕੀ ਹੁੰਦਾ ਹੈ। ਦੇਖੋ ਬੇਟਾ, ਸੱਭਿਆਚਾਰ ਜਿਹੜਾ ਸ਼ਬਦ ਹੈ ਇਹ ਨਹੀਂ ਹੈ ਕਿ ਤੁਸੀਂ ਇਹਨੂੰ ਪਹਿਲੀ ਵਾਰ ਸੁਣਿਆ ਹੈ। ਲੋਕਧਾਰਾ 'ਤੇ ਸ਼ਾਇਦ ਤੁਸੀਂ ਫਿਰ ਵੀ ਇੰਝ ਲੱਗਦਾ ਹੋਏ ਤੁਹਾਨੂੰ ਕਿ ਤੁਸੀਂ ਜਿਹੜਾ ਪਿਛਲੇ ਸਮੈਸਟਰ ਵਿੱਚ ਕਰਕੇ ਆਏ ਹੋ ਉਹ ਤੁਸੀਂ ਪਹਿਲੀ ਵਾਰ ਸੁਣਿਆ, ਪਰ ਇਸ ਵਰਡ ਨੂੰ ਤੁਸੀਂ ਆਮ ਤੌਰ 'ਤੇ ਯੂਜ਼ ਕਰਦੇ ਹੋ ਕਿਉਂਕਿ ਸੱਭਿਆਚਾਰ ਨੂੰ ਅੰਗਰੇਜ਼ੀ 'ਚ ਕਲਚਰ ਕਿਹਾ ਜਾਂਦਾ ਹੈ ਅਤੇ ਪੰਜਾਬੀ ਭਾਸ਼ਾ ਵਿੱਚ ਸੱਭਿਆਚਾਰ ਸ਼ਬਦ ਲਈ ਜੋ ਹੈ ਅਸੀਂ ਸੰਸਕ੍ਰਿਤੀ ਸ਼ਬਦ ਦੀ ਵਰਤੋਂ ਕਰ ਲੈਂਦੇ ਹਾਂ। ਸੰਸਕ੍ਰਿਤੀ ਸ਼ਬਦ ਦੀ ਵਰਤੋਂ ਕਰਦੇ ਹਾਂ। ਡਾਕਟਰ ਪ੍ਰੇਮ ਪ੍ਰਕਾਸ਼ ਇਹਨਾਂ ਦੋਵਾਂ ਸ਼ਬਦਾਂ ਨੂੰ ਸਮਾਨ ਅਰਥੀ ਮੰਨਦੇ ਨੇ। ਡਾਕਟਰ ਪ੍ਰੇਮ ਪ੍ਰਕਾਸ਼ ਕਹਿੰਦਾ ਕਿ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਜਿਹੜਾ ਮੀਨਿੰਗ ਹੈ ਉਹ ਸੇਮ ਹੀ ਮੀਨਿੰਗ ਹੈ। ਸ਼ਬਦ ਸੰਸਕ੍ਰਿਤੀ ਬਹੁਤ ਵਿਆਪਕ ਸ਼ਬਦ ਹੈ, ਪਰ ਜਿਹੜਾ ਸੰਸਕ੍ਰਿਤੀ ਸ਼ਬਦ ਹੈ ਨਾ ਉਹ ਬਹੁਤ ਵਿਆਪਕ ਹੈ, ਜਿਸ ਵਿੱਚ ਰਹਿਣ ਸਹਿਣ, ਕਲਾਵਾਂ, ਭਾਸ਼ਾ, ਸਾਹਿਤ। ਕਲਾਵਾਂ ਮੀਨਸ ਆ ਗਿਆ ਬੇਟਾ ਸਕਿੱਲਸ, ਮਤਲਬ ਕਿ ਕਿਹੜੀਆਂ ਕਿਹੜੀਆਂ ਸਕਿੱਲਸ ਹੁੰਦੀਆਂ ਨੇ। ਭਾਸ਼ਾ, ਸਾਹਿਤ, ਉਸਾਰੀ ਕਲਾ ਆਦਿ ਸਭ ਕੁਝ ਸ਼ਾਮਿਲ ਹੈ ਸੰਸਕ੍ਰਿਤੀ 'ਚ। ਰਹਿਣ ਸਹਿਣ ਵੀ ਹੈ, ਸਕਿੱਲਸ ਨੇ, ਭਾਸ਼ਾ ਹੈ, ਲਿਟਰੇਚਰ ਹੈ, ਸਾਰਾ ਕੁਝ ਸ਼ਾਮਿਲ ਹੈ। ਅਤੇ ਇਸ ਅੰਦਰ ਰੀਤੀ ਰਿਵਾਜ, ਵਹਿਮ ਭਰਮ, ਲੋਕਧਾਰਾ, ਲੋਕ ਸਾਹਿਤ ਆਦਿ ਸਭ ਕੁਝ ਗਿਣਿਆ ਜਾ ਸਕਦਾ ਹੈ। ਹੁਣ ਤੁਸੀਂ ਦੇਖੋ ਕਿ ਜੋ ਤੁਸੀਂ ਪਿਛਲੇ ਸਮੈਸਟਰ ਵਿੱਚ ਲੋਕ ਸਾਹਿਤ ਅਤੇ ਲੋਕਧਾਰਾ ਪੜ੍ਹ ਕੇ ਆਏ ਹੋ ਨਾ, ਉਹ ਵੀ ਇਹਦੇ ਵਿਚਕਾਰ ਹੀ ਗਿਣਿਆ ਜਾਂਦਾ ਹੈ, ਸੰਸਕ੍ਰਿਤੀ ਦੇ ਵਿਚਕਾਰ। ਡਾਕਟਰ ਉਜਾਗਰ ਸਿੰਘ ਸਹਿਗਲ ਕੀ ਕਹਿੰਦੇ ਨੇ, ਕੀ ਲਿਖਦੇ ਨੇ, ਕਹਿੰਦੇ ਸੱਭਿਆਚਾਰ ਸ਼ਬਦ ਦੀ ਵਰਤੋਂ ਮਾਨਵ ਵਿਗਿਆਨ, ਸਮਾਜ ਵਿਗਿਆਨ, ਮਨੋਵਿਗਿਆਨ, ਇਤਿਹਾਸ, ਰਾਜਨੀਤੀ ਅਤੇ ਅਰਥ ਸ਼ਾਸਤਰ ਦੇ ਪੱਖ ਵਿੱਚ ਵੱਖ-ਵੱਖ ਸੰਦਰਭਾਂ ਨੂੰ ਰੱਖ ਕੇ ਕੀਤੀ ਜਾਂਦੀ ਹੈ। ਸੱਭਿਆਚਾਰ ਸ਼ਬਦ ਦੀ ਵਰਤੋਂ ਬਾਰੇ ਗੱਲ ਕਰ ਰਿਹਾ ਉਜਾਗਰ ਸਿੰਘ ਕਿ ਸੱਭਿਆਚਾਰ ਜਿਹੜਾ ਸ਼ਬਦ ਹੈ ਨਾ ਉਹਦੀ ਵਰਤੋਂ ਮਾਨਵ ਵਿਗਿਆਨ, ਮਤਲਬ ਕਿ ਮਨੁੱਖੀ ਵਿਗਿਆਨ, ਸਮਾਜ ਦਾ ਵਿਗਿਆਨ, ਮਨ ਦਾ ਵਿਗਿਆਨ, ਇਤਿਹਾਸ ਅਤੇ ਰਾਜਨੀਤੀ ਅਤੇ ਅਰਥ ਸ਼ਾਸਤਰ ਦੇ ਪੱਖ ਵਿੱਚ ਵੱਖ-ਵੱਖ ਸੰਦਰਭਾਂ ਨੂੰ ਰੱਖ ਕੇ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸੱਭਿਆਚਾਰ ਸ਼ਬਦ ਦਾ ਵਿਸ਼ਲੇਸ਼ਣ ਜਿੱਥੇ ਮੁਸ਼ਕਿਲ ਹੈ, ਮਤਲਬ ਕਿ ਹੁਣ ਇਹਨੇ ਜੋ ਹੈ ਡਿਫਰੈਂਸ਼ੀਏਟ ਕਰ ਦਿੱਤਾ ਉਹਨੂੰ ਕਿ ਸੱਭਿਆਚਾਰ ਜਿਹੜਾ ਸ਼ਬਦ ਹੈ ਨਾ ਉਹ ਬਹੁਤ ਮੁਸ਼ਕਿਲ ਹੈ, ਉੱਥੇ ਰੋਚਕ ਵੀ ਬਣ ਗਿਆ ਕਿਉਂਕਿ ਫਿਰ ਇਹਦੇ 'ਤੇ ਜੋ ਹੈ ਖੋਜ ਹੋਣੀ ਆਰੰਭ ਹੋ ਗਈ ਸੱਭਿਆਚਾਰ ਸ਼ਬਦ 'ਤੇ, ਜਦੋਂ ਏਡੇ ਸਾਰੇ ਪੱਖਾਂ ਨਾਲ ਜੁੜ ਗਿਆ ਕਿ ਸੱਭਿਆਚਾਰ ਅਤੇ ਮਾਨਵ ਵਿਗਿਆਨ ਨਾਲ ਵੀ ਜੁੜਦਾ ਹੈ, ਸਮਾਜ ਵਿਗਿਆਨ ਨਾਲ ਵੀ ਜੁੜਦਾ ਹੈ, ਮਨੋਵਿਗਿਆਨ ਨਾਲ, ਸਭ ਨਾਲ ਜੁੜਦਾ ਹੈ। ਫਿਰ ਇਹ ਜੋ ਹੈ ਰੋਚਕ ਤੱਤ ਬਣ ਗਿਆ। ਸੱਭਿਆਚਾਰ ਸ਼ਬਦ ਦੀ ਵਰਤੋਂ ਕਈ ਖੇਤਰਾਂ ਵਿੱਚ ਹੋਣ ਲੱਗੀ, ਜਿਸ ਕਰਕੇ ਇਸ ਦੇ ਅਰਥਾਂ ਵਿੱਚ ਬਹੁਤ ਵਿਸਥਾਰ ਹੋਇਆ। ਬਹੁਤ ਖੇਤਰਾਂ ਵਿੱਚ, ਜਿਹੜੇ ਖੇਤਰਾਂ ਦੀ ਆਪਾਂ ਗੱਲ ਕੀਤੀ ਹੈ, ਇਹਨਾਂ ਸਾਰਿਆਂ ਵਿੱਚ ਜੋ ਹੈ ਇਹਦੀ ਵਰਤੋਂ ਹੋਣ ਲੱਗੀ ਅਤੇ ਇਹਨੇ ਜੋ ਹੈ ਬਹੁਤ ਵਿਕਾਸ ਕੀਤਾ, ਵਿਸਥਾਰ ਹੋਇਆ ਬਹੁਤ ਇਹਦਾ। ਪਰੰਤੂ ਇਸ ਦੇ ਨਾਲ ਹੀ ਇਸ ਦੀ ਪਰਿਭਾਸ਼ਾ ਅਤੇ ਕਾਰਜ ਖੇਤਰ ਬਾਰੇ ਅਨਿਸ਼ਚਿਤਤਾ ਵੱਧਦੀ ਗਈ। ਜਦੋਂ ਇਹਦਾ ਜੋ ਹੈ ਇਸ ਸੱਭਿਆਚਾਰ ਸ਼ਬਦ ਦਾ ਜਿਹੜਾ ਅਰਥ ਹੈ ਬਹੁਤ ਵਿਸਥਾਰ ਵਿੱਚ ਫੈਲ ਗਿਆ ਨਾ ਕਿ ਫਲਾਣਾ ਇਹਦਾ ਮੀਨਿੰਗ ਹੈ, ਅਤੇ ਫਿਰ ਜੋ ਇਹਦੀ ਇੱਕ ਸਪਸ਼ਟ ਜਿਹੜੀ ਪਰਿਭਾਸ਼ਾ ਸੀਗੀ ਨਾ ਉਹ ਮਿਲਣੀ ਮੁਸ਼ਕਿਲ ਹੋ ਗਈ। ਜਿਵੇਂ ਪਰਿਭਾਸ਼ਾਵਾਂ ਜਿੱਥੇ ਵਰਡ ਲਿਖੇ ਉੱਥੇ ਦੇਖੋ, ਡਾਕਟਰ ਉਜਾਗਰ ਸਿੰਘ ਸਹਿਗਲ ਨੇ ਕਿਹਾ ਹੈ ਕਿ ਸੱਭਿਆਚਾਰ ਸ਼ਬਦ ਦੀ ਵਰਤੋਂ ਅਨੇਕਾਂ ਸੰਦਰਭਾਂ ਵਿੱਚ ਹੋਣ ਲੱਗੀ, ਇਸ ਲਈ ਇਹਨੂੰ ਪਰਿਭਾਸ਼ਿਤ ਕਰਨ ਵਿੱਚ ਔਂਕੜਾਂ ਦਾ ਆਉਣਾ ਸੁਭਾਵਿਕ ਹੈ। ਬਹੁਤ ਸਾਰੇ ਸੰਦਰਭਾਂ ਵਿੱਚ ਹੋਣ ਲੱਗੀ, ਇਸ ਲਈ ਇਹਦੀ ਪਰਿਭਾਸ਼ਾ ਕਰਨੀ ਜੋ ਹੈ ਮੁਸ਼ਕਿਲ ਕੰਮ ਹੋ ਗਿਆ। ਕਿਉਂ ਹੋ ਗਿਆ? ਦੇਖੋ, ਪਹਿਲਾਂ ਉਜਾਗਰ ਸਿੰਘ ਨੇ ਇਹ ਦੱਸਿਆ ਕਿ ਬਹੁਤ ਸਾਰੇ ਵਿਗਿਆਨਾਂ ਨਾਲ ਜੁੜਦਾ ਹੈ ਸੱਭਿਆਚਾਰ ਸ਼ਬਦ। ਵੱਖ-ਵੱਖ ਸੱਭਿਆਚਾਰ ਦੀ ਪਰਿਭਾਸ਼ਾ ਆਪਣੇ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਮਤਲਬ ਕਿ ਸਾਰੇ ਵਿਦਵਾਨ ਆਪਣੇ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਦਿੰਦੇ ਨੇ। ਹੁਣ ਦੇਖੋ ਬੇਟਾ, ਜਿਹੜਾ ਸੱਭਿਆਚਾਰ ਹੁੰਦਾ ਨਾ ਉਹ ਹਰ ਇੱਕ ਦੇਸ਼ ਦਾ ਆਪਣਾ ਵੱਖਰਾ ਸੱਭਿਆਚਾਰ ਹੁੰਦਾ, ਆਪਣਾ ਕਲਚਰ ਹੁੰਦਾ, ਸਾਰੇ ਦੇਸ਼ਾਂ ਦਾ ਆਪਣਾ, ਸਭ ਦੀ ਆਪਣੀ ਸੰਸਕ੍ਰਿਤੀ ਹੁੰਦੀ ਹੈ। ਉਹ ਭੂਗੋਲਿਕ ਕਾਰਨਾਂ ਕਰਕੇ ਵੀ ਹੁੰਦੀ ਹੈ ਕਿ ਭੂਗੋਲਿਕ ਹੁੰਦਾ ਜਿਵੇਂ ਜਿਓਗ੍ਰਾਫੀਕਲ ਕਾਰਨ ਕਿ ਉੱਥੇ ਦਾ ਕਲਚਰ ਇਹੀ ਹੋਏਗਾ, ਪਹਾੜੀ ਇਲਾਕੇ ਵਾਲਿਆਂ ਦਾ ਇਹ ਕਲਚਰ ਹੈ, ਸਾਡਾ ਮੈਦਾਨੀ ਇਲਾਕੇ ਵਾਲਿਆਂ ਦਾ ਇਹ ਕਲਚਰ ਹੈ। ਬਹੁਤ ਸਾਰੇ ਕਾਰਨ ਹੁੰਦੇ ਨੇ ਸੱਭਿਆਚਾਰ ਦੇ ਵੱਖ ਹੋਣ ਦੇ।
ਅੱਗੇ ਜੋ ਹੈ ਇੱਕ ਵਿਦਵਾਨ ਹੈ ਆਗਬਰਨ ਅਤੇ ਨਿਮਕਾਫ ਅਨੁਸਾਰ ਸੱਭਿਆਚਾਰ ਦੇ 2 ਰੂਪ ਹਨ। ਹੁਣ ਇਹ ਦੇਖੋ, ਇਹ ਬੜੀ ਆਸਾਨ ਜੀ ਗੱਲ ਹੈ, ਵੈਸੇ ਦੇਖਣ ਨੂੰ ਲੱਗਦਾ ਕਿ ਕੋਈ ਟਫ ਗੱਲ ਹੈ। 2 ਰੂਪ ਨੇ ਕਹਿੰਦਾ ਸੱਭਿਆਚਾਰ ਦੇ, ਇੱਕ ਪਦਾਰਥਕ ਤੇ ਦੂਜਾ ਗੈਰ ਪਦਾਰਥਕ। ਹੁਣ ਪਦਾਰਥਕ ਹੁੰਦਾ ਬੇਟਾ ਜਿਹੜੀ ਚੀਜ਼ ਸਾਨੂੰ ਦਿਖ ਰਹੀ ਹੈ ਨਾ ਇਸ ਸੰਸਾਰ ਵਿੱਚ, ਜਿਹੜੀਆਂ ਵਸਤੂਆਂ ਨੂੰ ਅਸੀਂ ਹੱਥ ਲਾ ਕੇ ਮਹਿਸੂਸ ਕਰ ਸਕਦੇ ਹੈਗੇ ਹਾਂ ਉਹਨਾਂ ਨੂੰ ਪਦਾਰਥਕ ਕਿਹਾ ਜਾਂਦਾ ਹੈ, ਅਤੇ ਜਿਨ੍ਹਾਂ ਨੂੰ ਅਸੀਂ ਜੋ ਹੈ ਹੱਥ ਨਹੀਂ ਲਗਾ ਸਕਦੇ, ਸਿਰਫ ਉਹਨਾਂ ਦੀ ਕੋਈ ਫੀਲਿੰਗ ਹੁੰਦੀ ਹੈ ਸਾਨੂੰ, ਉਹਨਾਂ ਨੂੰ ਜੋ ਹੈ ਗੈਰ ਪਦਾਰਥਕ ਕਿਹਾ ਜਾਂਦਾ ਹੈ। ਪਦਾਰਥਕ ਸੱਭਿਆਚਾਰ ਤੋਂ ਭਾਵ ਸਾਰੀਆਂ ਸਥੂਲ ਵਸਤਾਂ, ਜਿਵੇਂ ਹੁਣ ਕਿਹੜੀ ਕਿਹੜੀ ਚੀਜ਼ ਨੂੰ ਅਸੀਂ ਹੱਥ ਲਾ ਸਕਦੇ ਹਾਂ, ਘਰ, ਸੰਦ ਤੇ ਪਤਾ ਹੈ ਨਾ, ਪਹਿਨਣ ਦੇ ਕੱਪੜੇ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਢੰਗ, ਕਿਤਾਬਾਂ, ਤਸਵੀਰਾਂ ਆਦਿ। ਵਿਚਾਰਾਂ ਨੂੰ ਪ੍ਰਗਟ ਕਰਨ ਦੇ ਕਿਹੜੇ ਕਿਹੜੇ ਢੰਗ ਹੋ ਸਕਦੇ ਨੇ ਸਾਡੇ, ਲਿਟਰੇਚਰ ਲਿਖਣਾ ਵੀ ਜੋ ਹੈ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਢੰਗ ਹੋ ਸਕਦਾ ਹੈ, ਤਸਵੀਰਾਂ ਆਦਿ ਬਣਾਉਣਾ ਵੀ। ਹੁਣ ਗੈਰ ਪਦਾਰਥਕ ਸੱਭਿਆਚਾਰ ਵਿੱਚ ਅਸੀਂ ਉਹਨਾਂ ਚੀਜ਼ਾਂ ਨੂੰ ਸ਼ਾਮਿਲ ਕਰਦੇ ਹਾਂ ਜਿਵੇਂ ਪਦਾਰਥਾਂ ਦੇ ਪਿੱਛੇ ਛੁਪੇ ਵਿਚਾਰ। ਹੁਣ ਵਿਚਾਰਾਂ ਨੂੰ ਅਸੀਂ ਹੱਥ ਲਾ ਸਕਦੇ ਹਾਂ? ਨਹੀਂ ਲਾ ਸਕਦੇ। ਸੰਕਲਪ ਨੂੰ ਅਸੀਂ ਹੱਥ ਲਾ ਸਕਦੇ ਹਾਂ? ਨਹੀਂ। ਤਕਨੀਕ ਨਹੀਂ ਹੱਥ ਲਾ ਸਕਦੇ। ਚਿੰਤਨ ਅਤੇ ਕਾਰਜ ਦੇ ਢੰਗ, ਕੀਮਤਾਂ ਅਤੇ ਭਾਵਨਾ, ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਗੈਰ ਪਦਾਰਥਕ ਵਿੱਚ ਆਉਂਦੀਆਂ ਨੇ। ਠੀਕ ਹੈ। ਹੁਣ ਇੱਥੇ ਦੇਖੋ ਬੇਟਾ, ਜਿੱਥੇ ਮੈਂ ਪੈਨਸਿਲ ਲਾਈ ਹੈ, ਮਾਨਵ ਵਿਗਿਆਨੀ E.B. ਟੇਲਰ, E.B. ਟੇਲਰ, ਇਹਦਾ ਨਾਮ ਵੀ ਕੋਈ ਯਾਦ ਕਰਨਾ ਔਖਾ ਨਹੀਂ ਹੈ, ਟੇਲਰ ਵੀ ਤੁਸੀਂ ਲਿਖ ਸਕਦੇ ਹੋ। ਟੇਲਰ ਨੇ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ। ਉਸ ਅਨੁਸਾਰ ਸੱਭਿਆਚਾਰ ਉਹ ਗੁੰਝਲਦਾਰ ਸਮੱਗਰਤਾ ਹੈ, ਗੁੰਝਲਦਾਰ ਹੈ ਸੱਭਿਆਚਾਰ ਬਹੁਤ, ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕ ਨਿਯਮ, ਕਾਨੂੰਨ, ਪ੍ਰਥਾਵਾਂ ਅਤੇ ਅਜਿਹੀਆਂ ਹੋਰ ਯੋਗਤਾਵਾਂ ਅਤੇ ਆਦਤਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਮਨੁੱਖ ਨੇ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਪ੍ਰਾਪਤ ਕੀਤਾ। ਹੁਣ ਕਿਉਂਕਿ ਬੇਟਾ ਦੇਖੋ, ਅਸੀਂ ਜੋ ਹੈ ਤੁਹਾਨੂੰ ਪਤਾ ਹੈ ਕਿ ਮੇਰਾ ਪੇਪਰ ਤੇ ਭਾਸ਼ਾ ਵਿਗਿਆਨ ਵਾਲਾ ਪੇਪਰ ਹੈ ਮੇਨ ਤੌਰ 'ਤੇ, ਅਤੇ ਸੱਭਿਆਚਾਰ ਵਾਲਾ ਪੇਪਰ ਵੀ ਚਲੋ ਮਿਲਿਆ ਹੈ ਕਾਲਜ ਤੋਂ ਤਾਂ ਆਪਾਂ ਕਰਨਾ ਹੈ। ਅਤੇ ਇੱਥੇ ਦੋਵਾਂ ਪੇਪਰਾਂ ਦੀ ਮੈਂ ਇੱਕ ਸਮਾਨਤਾ ਦੱਸਦੀ ਹਾਂ, ਦੋਵਾਂ ਪੇਪਰਾਂ ਦੇ ਟਾਈਟਲ ਦੀ, ਕਿ ਜਿਵੇਂ ਭਾਸ਼ਾ ਜਿਹੜੀ ਹੈ ਨਾ ਉਸ ਨੂੰ ਮਨੁੱਖ ਸਮਾਜ ਵਿੱਚ ਰਹਿ ਕੇ ਹੀ ਸਿੱਖਦਾ ਹੈ ਨਾ, ਸਮਾਜ ਤੋਂ ਬਾਹਰ ਰਹਿ ਕੇ ਮਨੁੱਖ ਜੋ ਹੈ ਭਾਸ਼ਾ ਨਹੀਂ ਸਿੱਖ ਸਕਦਾ। ਉਹੀ ਜੋ ਹੈ ਸੱਭਿਆਚਾਰ ਦਾ ਵੀ ਉਹੀਓ ਕੰਮ ਹੈ। ਕਲਚਰਲ ਬੰਦਾ ਤਾਂ ਹੀ ਬਣੇਗਾ, ਕਲਚਰ ਉਹਦੇ 'ਚ ਸੰਸਕ੍ਰਿਤੀ, ਉਹਦੇ 'ਚ ਸੱਭਿਅਤਾ ਤਾਂ ਹੀ ਆਏਗੀ ਜੇਕਰ ਬੰਦਾ ਸਮਾਜ ਵਿੱਚ ਰਹੇਗਾ। ਕਲਚਰ ਜੋ ਹੈ ਉਹ ਸਾਨੂੰ ਰੱਬ ਨੇ ਨਹੀਂ ਦਿੱਤਾ, ਕਿ ਅਸੀਂ ਕਹੀਏ ਕਿ ਜਿਵੇਂ ਭਾਸ਼ਾ ਸਾਨੂੰ ਰੱਬ ਨੇ ਨਹੀਂ ਦਿੱਤੀ ਨਾ, ਦੋਵਾਂ ਦੀ ਸਿਮਿਲੈਰਿਟੀ ਹੈ ਕਿ ਇਸੇ ਤਰ੍ਹਾਂ ਕਲਚਰ ਵੀ ਜੋ ਹੈ ਉਹ ਵੀ ਸਾਨੂੰ ਰੱਬ ਨੇ ਨਹੀਂ ਦਿੱਤਾ। ਜੇਕਰ ਸਾਨੂੰ ਕਲਚਰ ਰੱਬ ਨੇ ਦਿੱਤਾ ਹੁੰਦਾ ਨਾ ਤਾਂ ਸਾਰੀ ਦੁਨੀਆ 'ਚ ਇੱਕੋ ਹੀ ਕਲਚਰ ਹੁੰਦਾ, ਇੰਝ ਨਹੀਂ ਹੁੰਦਾ। ਜਿਵੇਂ ਜੇਕਰ ਭਾਸ਼ਾ ਸਾਨੂੰ ਰੱਬ ਨੇ ਦਿੱਤੀ ਹੁੰਦੀ ਨਾ ਤਾਂ ਸਾਰੀ ਦੁਨੀਆ 'ਚ ਇੱਕੋ ਹੀ ਭਾਸ਼ਾ ਹੋਣੀ ਸੀਗੀ। ਫਿਰ ਜਿਵੇਂ ਸਾਡੀਆਂ ਬਾਕੀ ਸਾਡੇ ਨੱਕ, ਅੱਖ, ਕੰਨ ਸਾਰੇ ਸੇਮ ਨੇ ਨਾ ਪੂਰੀ ਦੁਨੀਆ ਦੇ, ਚਲੋ ਥੋੜ੍ਹੀ ਬਹੁਤ ਸ਼ੇਪ ਦਾ ਫਰਕ ਹੈ ਪਰ ਹੈਗੇ ਤੇ ਸਾਰਿਆਂ ਕੋਲ ਔਰਗਨਸ ਸੇਮ ਨੇ ਨਾ। ਅਤੇ ਉਸੇ ਤਰ੍ਹਾਂ ਜੋ ਹੈ ਜੇਕਰ ਭਾਸ਼ਾ ਰੱਬ ਨੇ ਦਿੱਤੀ ਹੁੰਦੀ ਤਾਂ ਰੱਬ ਸਾਰਿਆਂ ਨੂੰ ਇੱਕੋ ਲੈਂਗੁਏਜ ਦਿੰਦਾ। ਹੁਣ ਜਿਹੜੇ ਡੰਗਰ ਬੱਚੇ ਨੇ ਦੇਖੋ, ਉਹਨਾਂ ਨੂੰ ਉਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਰੱਬ ਨੇ ਦਿੱਤੀ ਹੈਗੀ ਆ। ਬਿੱਲੀਆਂ ਸੇਮ ਤਰੀਕੇ ਨਾਲ ਬੋਲਦੀਆਂ ਨੇ, ਕੁੱਤੇ ਸੇਮ, ਸਾਰੇ ਵਰਲਡ ਦੇ ਕੁੱਤੇ ਸੇਮ ਤਰੀਕੇ ਨਾਲ, ਠੀਕ ਹੈ ਨਾ, ਉਹ ਰੱਬ ਨੇ ਦਿੱਤੀ ਹੈ। ਪਰ ਮਨੁੱਖ ਦੀ ਜਿਹੜੀ ਭਾਸ਼ਾ ਦੀ ਡਿਵੈਲਪਮੈਂਟ ਹੋਈ ਨਾ ਉਹ ਸਮਾਜ ਵਿੱਚ ਰਹਿਣ ਕਰਕੇ ਹੋਈ। ਇਸ ਕਰਕੇ ਜੋ ਲੈਂਗੁਏਜ ਹੈ ਉਹ ਸਮਾਜ ਦੀ ਦੇਣ ਹੈ, ਉਹ ਰੱਬ ਦੀ ਦੇਣ ਨਹੀਂ। ਇਸੇ ਤਰ੍ਹਾਂ ਬੇਟਾ ਜੋ ਕਲਚਰ ਹੈ ਨਾ, ਜੋ ਸਾਡਾ ਕਲਚਰ ਹੈ ਉਹ ਵੀ ਜੋ ਹੈ ਉਹ ਸਮਾਜ ਦੀ ਦੇਣ ਹੈ, ਉਹ ਰੱਬ ਦੀ ਦੇਣ ਨਹੀਂ। ਜਿਹੋ ਜਿਹੇ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਦਾ ਕਲਚਰ ਜੋ ਹੈ ਅਸੀਂ ਅਪਣਾ ਲੈਂਦੇ ਹਾਂ। ਜਿਵੇਂ ਜੋ ਲੋਕ ਫੋਰਨ ਜਾਂਦੇ ਨੇ, ਜਿਸ ਵੀ ਥਾਂ 'ਤੇ ਜੇਕਰ ਆਪਣਾ ਘਰ ਛੱਡ ਕੇ ਬੰਦਾ ਕਿਤੇ ਬਾਹਰ ਰਹਿਣ ਚਲਾ ਜਾਂਦਾ ਹੈ, ਉੱਥੇ ਦਾ ਕਲਚਰ ਜੋ ਹੈ ਨੈਚੁਰਲ ਅਪਣਾ ਲੈਂਦਾ ਹੈ, ਜਿਵੇਂ ਭਾਸ਼ਾ ਨੂੰ ਅਪਣਾ ਲੈਂਦਾ ਬੰਦਾ। ਠੀਕ ਹੈ ਨਾ। ਹੁਣ ਇੱਥੇ ਦੇਖੋ ਬੇਟਾ ਲਿਖਿਆ ਕਿ ਲੇਖਕ ਅਨੁਸਾਰ ਸੱਭਿਆਚਾਰ ਸਮਾਜ ਦਾ ਇੱਕ ਤੋਹਫਾ ਹੈ ਜੋ ਮਨੁੱਖ ਨੂੰ ਇਸ ਲਈ ਪ੍ਰਾਪਤ ਹੋਇਆ ਕਿਉਂਕਿ ਉਹ ਸਮਾਜ ਦਾ ਮੈਂਬਰ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ਸੱਭਿਆਚਾਰ ਜੋ ਹੈ ਕੁਦਰਤ ਦੀ ਦੇਣ ਨਹੀਂ ਹੈ, ਸਗੋਂ ਇਹ ਮਨੁੱਖ ਦੀ ਮਨੁੱਖੀ ਸਮਾਜ ਦੀ ਦੇਣ ਹੈ। ਠੀਕ ਹੈ ਨਾ। ਫਿਰ ਹੈ ਇੱਕ ਹੋਰ ਵਿਦਵਾਨ ਮੈਕਾਈਵਰ ਅਤੇ ਪੇਜ, ਕੀ ਲਿਖਦਾ ਹੈ? ਮੈਕਾਈਵਰ ਅਤੇ ਪੇਜ ਨੇ ਸੱਭਿਆਚਾਰ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ: ਸਾਡੇ ਰਹਿਣ ਅਤੇ ਸੋਚਣ ਦੇ ਢੰਗਾਂ ਵਿੱਚ
ਰੋਜ਼ ਦੀਆਂ ਅੰਤਰ ਕਿਰਿਆਵਾਂ ਵਿੱਚ, ਸਾਡੇ ਰਹਿਣ ਦੇ ਅਤੇ ਸਾਡੇ ਸੋਚਣ ਦੇ ਢੰਗ ਵਿੱਚ ਅਤੇ ਸਾਡੀ ਰੋਜ਼ ਦੀਆਂ ਅੰਤਰ ਕਿਰਿਆਵਾਂ ਵਿੱਚ, ਇੰਟਰਨਲ ਕਿਰਿਆਵਾਂ ਵਿੱਚ, ਕਲਾ ਵਿੱਚ, ਧਰਮ ਵਿੱਚ ਅਤੇ ਮਨੋਰੰਜਨ ਵਿੱਚ ਸਾਡੇ ਸੁਭਾਅ ਦਾ, ਸੱਭਿਆਚਾਰ ਸਾਡੇ ਸੁਭਾਅ ਦਾ ਪ੍ਰਗਟਾਵਾ ਹੈ। ਸੱਭਿਆਚਾਰ ਜਿਹੜਾ ਹੁੰਦਾ ਹੈ ਉਹ ਸਾਡੇ ਸੁਭਾਅ ਦਾ ਪ੍ਰਗਟਾਵਾ ਹੁੰਦਾ ਹੈ। ਜਿਹੋ ਜਿਹੇ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਨਾ, ਉਸੇ ਤਰ੍ਹਾਂ ਦਾ ਸਾਡਾ ਸੁਭਾਅ ਹੋਏਗਾ, ਕਿਉਂਕਿ ਅਸੀਂ ਉੱਥੇ ਦੇ ਕਲਚਰ ਨੂੰ ਅਡੋਪਟ ਕੀਤਾ ਹੁੰਦਾ। ਜਿਵੇਂ ਅਸੀਂ ਭਾਸ਼ਾ ਨੂੰ ਅਡੋਪਟ ਕੀਤਾ ਹੁੰਦਾ ਉਸੇ ਤਰ੍ਹਾਂ ਜੋ ਹੈ ਅਸੀਂ ਕਲਚਰ ਨੂੰ ਵੀ ਅਡੋਪਟ ਕਰਦੇ ਹਾਂ। ਦੇਖੋ ਬੇਟਾ, ਹੁਣ ਆਪਾਂ ਕਰਾਂਗੇ ਸੱਭਿਆਚਾਰ ਜਾਂ ਸੰਸਕ੍ਰਿਤੀ ਦੇ ਲੱਛਣ। ਹੁਣ ਹੈ ਤੇ ਦੇਖੋ ਇਹਨਾਂ 'ਚ ਥੋੜ੍ਹਾ ਡਿਫਰੈਂਸ ਸੱਭਿਆਚਾਰ ਅਤੇ ਸੰਸਕ੍ਰਿਤੀ 'ਚ। ਸੱਭਿਆਚਾਰ ਬਹੁਤ ਵਾਸਟ ਹੈ, ਸੰਸਕ੍ਰਿਤੀ ਏਡੀ ਵਾਸਟ ਨਹੀਂ ਹੈ, ਪਰ ਫਿਰ ਵੀ ਇਹਨਾਂ ਦੇ ਲੱਛਣ ਕਾਫੀ ਹੱਦ ਤੱਕ ਜਿਹੜੇ ਨੇ ਉਹ ਮਿਲਦੇ ਨੇ ਆਪਸ ਵਿੱਚ। ਸੱਭਿਆਚਾਰ ਇੱਕ ਅਜਿਹਾ ਪ੍ਰਬੰਧ ਹੈ ਜਿਸ ਦੀ ਸਮੁੱਚੀ ਬਣਤਰ ਇਸ ਦੇ ਵੱਖਰੇ ਵੱਖਰੇ ਅੰਗਾਂ, ਪੱਖਾਂ ਅਤੇ ਰੂਪਾਂ ਦੇ ਇਕਸਾਰ ਅਤੇ ਨਿਸ਼ਚਿਤ ਸਮੁੱਚ ਤੋਂ ਬਣਦੀ ਹੈ। ਕਿਹੋ ਜਿਹਾ ਪ੍ਰਬੰਧ ਹੈ ਜਿਸ ਦੀ ਸਾਰੀ ਬਣਤਰ ਜੋ ਹੈ ਸੱਭਿਆਚਾਰ ਦੇ ਵੱਖ-ਵੱਖ ਅੰਗਾਂ, ਸੱਭਿਆਚਾਰ ਦੇ ਜਿਹੜੇ ਵੀ ਅੰਗ ਨੇ ਨਾ ਉਹਨਾਂ ਦੀ ਆਪਾਂ ਅੱਗੇ ਗੱਲ ਕਰਾਂਗੇ, ਜਿਹੜੇ ਵੀ ਅੰਗ ਨੇ ਉਹਦੇ, ਸੱਭਿਆਚਾਰ ਦੇ ਜਿਹੜੇ ਵੀ ਪੱਖ ਨੇ, ਸੱਭਿਆਚਾਰ ਦੇ ਜਿਹੜੇ ਵੀ ਰੂਪ ਨੇ, ਸੱਭਿਆਚਾਰ ਦੇ ਅੰਗ, ਸੱਭਿਆਚਾਰ ਦੇ ਪੱਖ ਅਤੇ ਸੱਭਿਆਚਾਰ ਦੇ ਜਿਹੜੇ ਵੀ ਰੂਪ ਨੇ ਨਾ ਉਹਨਾਂ ਦੇ ਇਕੱਠੇ ਹੋਣ ਤੋਂ ਬਣਦਾ ਸੱਭਿਆਚਾਰ। ਠੀਕ ਹੈ, ਸੱਭਿਆਚਾਰ ਆਪਣੇ ਅੰਗਾਂ, ਆਪਣੇ ਰੂਪਾਂ ਅਤੇ ਆਪਣੇ ਪੱਖਾਂ ਦੇ ਇਕੱਠੇ ਹੋਣ ਨਾਲ ਬਣਦਾ। ਨੰਬਰ 2 ਦੇਖੋ, ਸੰਸਕ੍ਰਿਤੀ ਭਾਸ਼ਾ ਦੁਆਰਾ ਹੀ ਅੱਗੇ ਪਹੁੰਚਦੀ ਹੈ। ਮਨੁੱਖ ਹੋਰ ਜਾਨਵਰਾਂ ਦੇ ਮੁਕਾਬਲੇ ਇਸ ਕਾਰਨ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਉਹਦੇ ਕੋਲ ਲੈਂਗੁਏਜ ਹੈ ਅਤੇ ਇਸ ਦੁਆਰਾ ਉਹ ਆਪਣੇ ਵਿਚਾਰ ਵੀ ਅੱਗੇ ਪਹੁੰਚਾ ਸਕਦਾ ਹੈ। ਠੀਕ ਹੈ ਨਾ, ਲੈਂਗੁਏਜ ਰਾਹੀਂ ਅਸੀਂ ਭਾਸ਼ਾ ਵਿਗਿਆਨ ਵਾਲੇ ਪੇਪਰ ਵਿੱਚ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਨੇ ਕਿ ਦੂਜੇ ਕਿਉਂ ਸ੍ਰੇਸ਼ਟ ਹੈਗੇ ਅਸੀਂ ਜਾਨਵਰਾਂ ਤੋਂ, ਕਿਉਂਕਿ ਸਾਡੇ ਕੋਲ ਲੈਂਗੁਏਜ ਹੈ। ਉਹਨਾਂ ਨੂੰ ਲਿਖਤੀ ਰੂਪ ਵਿੱਚ ਅਗਲੀਆਂ ਨਸਲਾਂ ਤੱਕ ਪਹੁੰਚਾ ਸਕਦਾ ਹੈ। ਅਤੇ ਫਿਰ ਜਿਹੜਾ ਹੋਰ ਜਿਹੜਾ ਇੱਕ ਤਾਂ ਲੈਂਗੁਏਜ ਆ ਗਈ ਬੰਦੇ ਕੋਲ, ਅਤੇ ਇੱਕ ਹੋਰ ਉਹਦੀ ਡਿਵੈਲਪਮੈਂਟ ਦਾ ਸਭ ਤੋਂ ਵੱਡਾ ਕਾਰਨ ਕਿ ਉਹਦੇ ਕੋਲ ਲਿਖਤੀ ਰੂਪ ਵਿੱਚ ਹੈ, ਲਿਪੀ ਹੈ ਬੰਦੇ ਦੇ ਕੋਲ, ਅਤੇ ਉਹਦੇ ਨਾਲ ਫਿਰ ਜੋ ਹੈ ਉਹ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾ ਸਕਦਾ ਹੈ, ਅਗਲੀਆਂ ਨਸਲਾਂ ਤੱਕ ਪਹੁੰਚਾ ਸਕਦਾ ਹੈ। ਇਸ ਲਈ ਅਸੀਂ ਸੱਭਿਆਚਾਰ ਨੂੰ ਸਮਾਜਿਕ ਵਿਰਾਸਤ ਵੀ ਕਹਿ ਸਕਦੇ ਹਾਂ, ਜਿਵੇਂ ਕਿ E.B. ਟੇਲਰ ਨੇ ਉੱਪਰ ਇਹ ਗੱਲ ਸਵੀਕਾਰ ਕੀਤੀ ਹੈ। ਹੁਣ ਜਿੱਥੇ ਨੰਬਰ 3 ਲਿਖਿਆ ਉੱਥੇ ਦੇਖੋ ਬੇਟਾ, ਸੱਭਿਆਚਾਰ ਵਿਰਸੇ ਵਿੱਚ ਮਿਲਦਾ ਹੈ ਪਰ ਇਸ ਦੇ ਨਾਲ ਪ੍ਰਾਪਤ ਕਰਨ ਵਾਲੀ ਨਸਲ ਦੀ ਸਮਰੱਥਾ ਦਾ ਵੀ ਸੰਬੰਧ ਹੁੰਦਾ ਹੈ। ਸੱਭਿਆਚਾਰ ਸਾਨੂੰ ਜੋ ਹੈ ਆਪਣੇ ਵਿਰਸੇ 'ਚ ਮਿਲਦਾ ਹੈ, ਪਰ ਜੇਕਰ ਜਿਵੇਂ ਹੁੰਦਾ ਨਾ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜੇਕਰ ਉਹਦੇ 'ਚ ਸਮਰੱਥਾ ਹੈਗੀ ਹੈ ਸਾਡੇ ਕਲਚਰ ਨੂੰ ਸਾਂਭਣ ਦੀ ਤਾਂ ਤੇ ਉਹ ਸਾਂਭੇਗੀ, ਨਹੀਂ ਜੋ ਹੈ ਸਾਡਾ ਸੱਭਿਆਚਾਰ ਜੋ ਹੈ ਉਹ ਪਿੱਛੇ ਛੁੱਟ ਜਾਏਗਾ। ਨਵੀਂ ਨਸਲ ਆਪਣੀ ਸਮਰੱਥਾ ਅਨੁਸਾਰ ਹੀ ਉਹਦੇ ਤੋਂ ਲਾਭ ਉਠਾ ਸਕਦੀ ਹੈ। ਨੰਬਰ 4 ਵੇਖੋ, ਸੱਭਿਆਚਾਰ ਨੂੰ ਅਸੀਂ ਸੰਪੂਰਨ ਵਿਰਾਸਤ ਵੀ ਕਹਿ ਸਕਦੇ ਹਾਂ। ਵਿਰਾਸਤ ਵਿੱਚ ਮਿਲਦਾ ਨਾ ਇਹ ਸਾਨੂੰ, ਜਿਵੇਂ ਜੋ ਹੈ ਸਾਨੂੰ ਆਪਣੇ ਮਾਂ ਪਿਓ ਦੀ ਜਿਹੜੀ ਪ੍ਰੋਪਰਟੀ ਹੁੰਦੀ ਹੈ ਉਹ ਵਿਰਾਸਤ ਵਿੱਚ ਮਿਲਦੀ ਹੈ, ਇਸੇ ਤਰ੍ਹਾਂ ਜੋ ਹੈ ਕਲਚਰ ਵੀ ਸਾਨੂੰ ਵਿਰਾਸਤ ਵਿੱਚ ਮਿਲਦਾ ਹੈ। ਦੇਖੋ ਜਦੋਂ ਬੇਟਾ ਕਿਸੇ ਦੀ ਵਿਆਹ ਸ਼ਾਦੀ ਕਰਨੀ ਹੁੰਦੀ ਹੈ ਨਾ, ਕਿਉਂ ਅਸੀਂ ਖਾਨਦਾਨ ਨੂੰ ਵੇਖਦੇ ਹੈਗੇ ਹਾਂ, ਕਿਉਂ ਖਾਨਦਾਨ ਨੂੰ ਦੇਖਦੇ ਹਾਂ, ਕਿਉਂਕਿ ਸਾਡੇ 'ਚ ਆਪਣੇ ਖਾਨਦਾਨ ਦੀ ਸੰਸਕ੍ਰਿਤੀ ਅਤੇ ਕਲਚਰ ਪਿਆ ਹੁੰਦਾ ਸਾਡੇ ਅੰਦਰ, ਉਹ ਨੈਚੁਰਲੀ ਆਇਆ ਹੁੰਦਾ। ਅਸੀਂ ਪਵਾਇਆ ਨਹੀਂ ਹੁੰਦਾ ਆਪਣੇ ਅੰਦਰ ਕਿ ਅਸੀਂ ਆਪਣਾ ਖੋਪੜੀ ਆਪਣੀ ਖੋਲ੍ਹ ਕੇ ਅੰਦਰ ਪਵਾਇਆ ਕੋਈ, ਨਹੀਂ, ਸਾਡੇ 'ਚ ਆਪਣੇ ਪਰਿਵਾਰਕ ਮੈਂਬਰਾਂ ਦੇ ਗੁਣ ਜਿਹੜੇ ਸੰਸਕ੍ਰਿਤੀ ਦੇ ਅੰਡਰ ਆਉਂਦੇ ਨੇ ਨਾ, ਕਲਚਰ ਦੇ ਅੰਡਰ ਆਉਂਦੇ ਨੇ, ਉਹ ਨੈਚੁਰਲੀ ਆ ਜਾਂਦੇ ਨੇ। ਇਸ ਕਰਕੇ ਜੋ ਹੈ ਇਹ ਸਾਨੂੰ ਵਿਰਾਸਤ ਵਿੱਚ ਮਿਲਦਾ ਹੈ, ਕਿਉਂਕਿ ਜਦੋਂ ਅਸੀਂ ਸੰਸਕ੍ਰਿਤੀ ਦੇ ਵਿਆਪਕ ਰੂਪ ਵਿੱਚ ਜਦੋਂ ਅਸੀਂ ਸੰਸਕ੍ਰਿਤੀ ਨੂੰ ਪਰਿਭਾਸ਼ਿਤ ਕਰਦੇ ਹਾਂ ਨਾ, ਤਾਂ ਇਸ ਦੇ ਅੰਦਰ ਪਦਾਰਥਕ ਅਤੇ ਗੈਰ ਪਦਾਰਥਕ ਦੋਵੇਂ ਪੱਖ ਆ ਜਾਂਦੇ ਨੇ। ਜਿਵੇਂ ਅਸੀਂ ਪਿੱਛੇ ਪਦਾਰਥਕ ਦੀ ਗੱਲ ਕੀਤੀ, ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਸਾਡੇ ਕੋਲ ਵਿਰਾਸਤ ਵਿੱਚ ਆਪਣੇ ਮਾਂ ਪਿਓ ਦੀ ਪ੍ਰੋਪਰਟੀ ਆਉਂਦੀ ਹੈ ਨਾ, ਉਸੇ ਤਰ੍ਹਾਂ ਜੋ ਹੈ ਗੈਰ ਪਦਾਰਥਕ ਵੀ, ਮਤਲਬ ਜੋ ਸਾਡੇ ਮਾਂ ਪਿਓ ਦੇ ਅੰਦਰ ਗੁਣ ਨੇ ਨਾ, ਉਹ ਸਾਨੂੰ ਲੈਣ ਦੀ ਲੋੜ ਨਹੀਂ ਕਿ ਮੈਂ ਆਪਣੀ ਮੰਮੀ ਕੋਲੋਂ ਲਿਖਵਾਉਂਗੀ, ਮੰਮੀ ਤੁਹਾਨੂੰ ਖਾਣਾ ਬਹੁਤ ਅੱਛਾ ਬਣਾਉਣਾ ਆਉਂਦਾ, ਇਹ ਮੇਰੇ ਅੰਦਰ ਆ ਜਾਏ ਇਹ ਗੁਣ, ਨਹੀਂ, ਉਹ ਨੈਚੁਰਲੀ ਆ ਜਾਏਗਾ, ਉਹ ਵਿਰਾਸਤ ਵਿੱਚ ਆ ਜਾਏਗਾ। ਇਹ ਹੁੰਦਾ ਇਹ ਵਿਰਾਸਤ ਵਿੱਚ ਮਿਲਦੀ ਹੈ ਸਾਨੂੰ। ਫਿਰ ਹੈ ਇਸ ਨੂੰ ਅਸੀਂ ਵਿਅਕਤੀਗਤ ਵਿਰਾਸਤ ਦਾ ਨਾਂ ਨਹੀਂ ਦੇ ਸਕਦੇ, ਇਹ ਇੱਕ ਪ੍ਰਕਾਰ ਦੀ ਸਮਾਜਿਕ ਵਿਰਾਸਤ ਹੁੰਦੀ ਹੈ ਜਿਹੜੀ ਸਮੂਹਿਕ ਰੂਪ ਵਿੱਚ ਪ੍ਰਾਪਤ ਹੁੰਦੀ ਹੈ, ਅਤੇ ਇਹ ਕੋਈ ਵਿਅਕਤੀਗਤ ਵਿਰਾਸਤ ਵੀ ਨਹੀਂ ਹੁੰਦੀ ਕਿ ਕਿਸੇ ਇੱਕੋ ਹੀ ਬੰਦੇ ਨੂੰ ਮਿਲੇਗੀ, ਨਹੀਂ, ਇਹ ਜੋ ਹੈ ਸਾਮੂਹਿਕ ਹੁੰਦੀ ਹੈ। ਪੂਰੇ ਇੱਕ ਜਿਵੇਂ ਖਾਨਦਾਨੀ 'ਚ ਸਾਰਿਆਂ ਦੇ
ਉਸੇ ਖਾਨਦਾਨ ਦੇ ਗੁਣ ਚੱਲਦੇ ਨੇ ਨਾ, ਇਸ ਤਰ੍ਹਾਂ ਇਹ ਜੋ ਹੈ ਸਾਮੂਹਿਕ ਹੁੰਦੀ ਹੈ। ਅੱਗੇ ਦੇਖ ਲਈਏ ਬੇਟਾ ਕਿ ਸੰਸਕ੍ਰਿਤੀ ਅਜਿਹੀ ਚੀਜ਼ ਹੈ ਜਿਸ ਦੇ ਬਹੁਤ ਸਾਰੇ ਅੰਸ਼ਾਂ ਨੂੰ ਸਮਾਜ ਤੋਂ ਸਿੱਖਣਾ ਪੈਂਦਾ ਹੈ ਸਾਨੂੰ, ਠੀਕ ਹੈ ਨਾ। ਸੰਸਕ੍ਰਿਤੀ ਅਜਿਹੀ ਚੀਜ਼ ਹੈ ਕਿ ਅਸੀਂ ਸਮਾਜ ਤੋਂ ਸਿੱਖਦੇ ਹਾਂ। ਉਦਾਹਰਣ ਵਜੋਂ ਬੱਚਾ ਭਾਸ਼ਾ ਸਮਾਜ ਤੋਂ ਸਿੱਖਦਾ ਹੈ, ਉਹ ਆਪਣੇ ਪਰਿਵਾਰ ਅਤੇ ਸਮਾਜ ਦੇ ਅੰਦਰ ਰਹਿ ਕੇ ਰਹਿਣ ਸਹਿਣ ਅਤੇ ਰੀਤੀ ਰਿਵਾਜ ਜੋ ਹੈ ਸਿੱਖ ਸਕਦਾ ਹੈ। ਇਹ ਗੱਲ ਜੋ ਹੈ ਹੁਣ ਆਪਾਂ ਇਹਦੇ ਤੋਂ ਪਹਿਲਾਂ ਕਰ ਵੀ ਲਈਏ। ਸੰਸਕ੍ਰਿਤੀ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ, ਪਰ ਅਜਿਹਾ ਪਰਿਵਰਤਨ ਬਹੁਤ ਹੌਲੀ ਹੌਲੀ ਆਉਂਦਾ, ਠੀਕ ਹੈ ਨਾ। ਕਲਚਰ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਪਰ ਇਹ ਹੌਲੀ ਹੌਲੀ ਆਉਂਦਾ, ਇੱਕਦਮ ਨਹੀਂ ਚੇਂਜ ਹੁੰਦਾ, ਠੀਕ ਹੈ ਨਾ। ਅਤੇ ਜਿਵੇਂ ਦੇਖੋ ਕਈ ਜਿਵੇਂ ਅਸੀਂ ਪਿੰਡਾਂ ਦੇ ਬੱਚੇ ਜਦੋਂ ਅਸੀਂ ਪੜ੍ਹ ਲਿਖ ਜਾਂਦੇ ਹਾਂ, ਅਤੇ ਇਹ ਤਾਂ ਨਹੀਂ ਹੈ ਕਿ ਇੱਕੋ ਦਿਨ ਵਿੱਚ ਸਾਡੇ ਜਿਹੜੇ ਮਤਲਬ ਕਿ ਸਾਡਾ ਪਹਿਰਾਵਾ ਜਾਂ ਇਹ ਇੱਕੋ ਦਿਨ ਵਿੱਚ ਚੇਂਜ ਹੋ ਜਾਂਦਾ, ਨਹੀਂ, ਉਹਨੂੰ ਸਮਾਂ ਲੱਗਦਾ ਹੈ। ਉਹ ਸਾਰਾ ਕੁਛ ਨੂੰ ਸਮਾਂ ਲੱਗਦਾ ਹੈ ਕਿ ਅਸੀਂ ਜੋ ਹੈ ਆਪਣੇ ਜਿਹੜੇ ਪਿੰਡ ਦਾ ਜਿਹੜਾ ਬਿਲਕੁਲ ਸਾਦ ਮੁਰਾਦਾ ਜਿਹੜਾ ਸਾਡਾ ਰਹਿਣ ਸਹਿਣ ਹੁੰਦਾ, ਉਹਦੇ ਤੋਂ ਫਿਰ ਜੋ ਹੈ ਅਸੀਂ ਹੌਲੀ ਹੌਲੀ ਡਿਵੈਲਪਮੈਂਟ ਕਰਕੇ ਅੱਗੇ ਆ ਜਾਂਦੇ ਹਾਂ ਜਦੋਂ ਅਸੀਂ ਪੜ੍ਹ ਲਿਖ ਜਾਂਦੇ ਹਾਂ। ਕਈ ਵਾਰ ਤਾਂ ਬਹੁਤ ਲੰਬੇ ਸਮੇਂ ਬਾਅਦ ਇਹ ਮਹਿਸੂਸ ਹੁੰਦਾ ਕਿ ਪਰਿਵਰਤਨ ਆ ਰਿਹਾ ਹੈ। ਡਾਕਟਰ ਜਸਵਿੰਦਰ ਸਿੰਘ ਅਨੁਸਾਰ ਸੱਭਿਆਚਾਰ ਵਿੱਚ ਵਿਕਾਸ ਸਮਾਜ ਦੇ ਵਿਕਾਸ ਦੇ ਲਗਭਗ ਸਮਾਨਾਂਤਰ ਹੀ ਹੁੰਦਾ। ਜਿਵੇਂ ਜਿਵੇਂ ਸਮਾਜ ਵਿਕਾਸ ਕਰਦਾ ਹੈ ਨਾ, ਉਹਦੇ ਨਾਲ ਨਾਲ ਹੀ ਸੱਭਿਆਚਾਰ ਵਿਕਾਸ ਕਰਦਾ ਹੈ। ਜਿਵੇਂ ਜਿਵੇਂ ਸਮਾਜ ਵਿਕਾਸ ਕਰਦਾ ਹੈ, ਉਹਦੇ ਨਾਲ ਨਾਲ ਸੱਭਿਆਚਾਰ ਦਾ ਵੀ ਵਿਕਾਸ ਹੁੰਦਾ। ਭਾਵੇਂ ਇਹ ਪ੍ਰਕਿਰਿਆ ਬਾਹਰੀ ਤੌਰ 'ਤੇ ਬਿਲਕੁਲ ਅਤੇ ਹੂ-ਬ-ਹੂ ਸਮਾਜਿਕ ਵਿਕਾਸ ਕਾਰਨ ਆ ਰਹੇ ਪਰਿਵਰਤਨਾਂ ਨਾਲ ਇੱਕ ਰੂਪ ਨਾ ਵੀ ਹੋਏ। ਬੇਸ਼ੱਕ ਇਹ ਇੱਕ ਰੂਪ ਹੋ ਕੇ ਨਹੀਂ ਚੱਲਦਾ ਇਹ ਵਾਲਾ ਵਿਕਾਸ ਕਲਚਰ ਵਾਲਾ ਸਮਾਜ ਦੇ ਨਾਲ, ਪਰ ਫਿਰ ਵੀ ਹੁੰਦਾ ਉਹਦੇ ਨਾਲ ਨਾਲ ਹੈਗਾ। ਕਿਉਂਕਿ ਜਿਵੇਂ ਹੁਣ ਸਮਾਜ ਵਿੱਚ ਸਾਰੇ ਪੜ੍ਹ ਲਿਖ ਗਏ ਅਤੇ ਜੋ ਹੈ ਸੱਭਿਅਤਾ ਅਤੇ ਸੰਸਕ੍ਰਿਤੀ ਜੋ ਹੈ ਚੇਂਜ ਹੁੰਦੀ ਜਾ ਰਹੀ ਹੈਗੀ ਹੈ। ਕਿਵੇਂ ਚੇਂਜ ਹੁੰਦੀ ਜਾ ਰਹੀ ਹੈ, ਇੱਥੇ ਜੋ ਹੈ ਇੱਕ ਮੈਂ ਕੜਵਾ ਜਿਹਾ ਉਦਾਹਰਣ ਦੇ ਦਿਆਂ ਕਿ ਅਸੀਂ ਆਪਣੇ ਘਰਾਂ ਵਿੱਚ ਜੋ ਹੈ ਪੜ੍ਹ ਲਿਖ ਕੇ ਫਿਰ ਅਸੀਂ ਬਜ਼ੁਰਗਾਂ ਨੂੰ ਜੋ ਹੈ ਇੰਝ ਸਮਝਣ ਲੱਗ ਜਾਂਦੇ ਹੈਗੇ ਕਿ ਜਿਵੇਂ ਇਹ ਤਾਂ ਕੋਈ ਬੋਲੇ ਹੀ ਹੈਗੇ ਨੇ, ਠੀਕ ਹੈ ਨਾ। ਇਹ ਹੌਲੀ ਹੌਲੀ ਚੇਂਜ ਹੁੰਦਾ ਜਾਂਦਾ ਫਿਰ ਉਹ ਸਾਰਾ ਕੁਛ। ਸੰਸਕ੍ਰਿਤੀ ਦੇ ਵਿਕਸਿਤ ਹੋਣ ਨਾਲ ਜਦੋਂ ਅੰਦਰ ਕਿਰਤ ਦੀ ਵੰਡ ਆ ਜਾਂਦੀ ਹੈ ਤਾਂ ਇਹ ਬਹੁਤ ਹੀ ਗੁੰਝਲਦਾਰ ਰੂਪ ਧਾਰਨ ਕਰ ਲੈਂਦੀ ਹੈ। ਸੰਸਕ੍ਰਿਤੀ ਦੇ ਵਿਕਸਿਤ ਹੋਣ ਨਾਲ ਕਿਰਤ ਦੀ ਵੰਡ, ਜਿਵੇਂ ਪਹਿਲਾਂ ਜੋ ਹੈ ਮਾਂ ਪਿਓ ਜਿਹੜੇ ਨੇ ਜੇਕਰ ਉਹ ਖੇਤੀ ਕਰਦੇ ਨੇ, ਬੱਚਾ ਕੁਛ ਹੋਰ ਕਰਨ ਲੱਗ ਗਿਆ ਪੜ੍ਹ ਲਿਖ ਕੇ, ਅਤੇ ਇਹਦੇ ਨਾਲ ਜੋ ਹੈ ਬਹੁਤ ਹੀ ਫਿਰ ਉਹ ਗੁੰਝਲਦਾਰ ਰੂਪ ਧਾਰਨ ਕਰ ਲੈਂਦਾ ਹੈ। ਕਿਉਂਕਿ ਜੋ ਹੈ ਉਹ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ ਪਾੜੇ ਦੀ। ਫਿਰ ਕਿਸੇ ਦੇਸ਼ ਦੀ ਸੰਸਕ੍ਰਿਤੀ ਤੋਂ ਇਹ ਪਤਾ ਲੱਗਦਾ ਕਿ ਉਹ ਦੇਸ਼ ਕਿੰਨਾ ਕੁ ਉੱਨਤ ਹੈ। ਹੁਣ ਸਾਡੇ ਦੇਸ਼ ਦੀ ਸੰਸਕ੍ਰਿਤੀ ਕੀ ਹੈ? ਕ੍ਰਿਸ਼ੀ ਪ੍ਰਧਾਨ ਦੇਸ਼ ਹੈਗਾ, ਠੀਕ ਹੈ ਨਾ। ਕ੍ਰਿਸ਼ੀ ਪ੍ਰਧਾਨ ਦੇਸ਼ ਸਾਡੇ ਦੇਸ਼ ਨੂੰ ਮੰਨਿਆ ਜਾਂਦਾ, ਇਸ ਲਈ ਇੱਥੇ ਦਾ ਕਲਚਰ ਜੋ ਹੈ ਉਹ ਪਿੰਡਾਂ ਵਿੱਚ ਵਸਦਾ ਹੈ। ਕਿਸੇ ਦੇਸ਼ ਦੀ ਸੰਸਕ੍ਰਿਤੀ ਦਾ ਅਧਿਐਨ ਕਰਨ ਵਿੱਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਕਿਉਂਕਿ ਅਧਿਐਨ ਕਰਨ ਵਾਲੇ ਦੀਆਂ ਕਦਰਾਂ ਕੀਮਤਾਂ ਵੱਖ-ਵੱਖ ਕਿਸਮ ਦੀਆਂ ਹੋ ਸਕਦੀਆਂ ਹਨ। ਜਦੋਂ ਅਸੀਂ ਕਿਸੇ ਦੇਸ਼ ਦੀ ਸੰਸਕ੍ਰਿਤੀ ਦਾ ਅਧਿਐਨ ਕਰਦੇ ਹਾਂ ਨਾ, ਤਾਂ ਸਾਨੂੰ ਕਾਫੀ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਨੇ, ਕਿਉਂਕਿ ਅਧਿਐਨ ਕਰਨ ਵਾਲੇ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ, ਜਿਵੇਂ ਤੁਸੀਂ ਕਿਸੇ ਬੱਚੇ ਨੇ ਕਿਸੇ ਫੋਰਨ ਕੰਟਰੀ ਦੇ ਕਲਚਰ ਦੀ ਜੋ ਹੈ ਅਧਿਐਨ ਕਰਨਾ ਹੈ, ਅਤੇ ਤੁਹਾਨੂੰ ਉਸ ਵੇਲੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਉਹਨਾਂ ਦੀਆਂ ਕਦਰਾਂ ਕੀਮਤਾਂ ਵੱਖ ਹੁੰਦੀਆਂ ਨੇ। ਹੁਣ ਜਿਵੇਂ ਇੱਕ ਸੈਮੀਨਾਰ ਵਿੱਚ ਇੱਕ ਬੰਦਾ, ਉਹ ਲੋਕ ਇਹਦੇ ਨਾਲ ਹੀ ਸੱਭਿਆਚਾਰ ਨਾਲ ਹੀ ਸੰਬੰਧਿਤ ਸੀਗਾ ਉਹ ਸੈਮੀਨਾਰ। ਉੱਥੇ ਇੱਕ ਬੰਦਾ ਗੱਲ ਦੱਸ ਰਿਹਾ ਸੀ ਕਿ ਉਹਨੇ ਜੋ ਹੈ ਆਪਣੇ PhD ਦੇ ਥੀਸਿਸ ਲਈ ਬੇਟਾ 2 ਤਰ੍ਹਾਂ ਦੇ ਵਰਕ ਹੁੰਦੇ ਨੇ। ਇੱਕ ਟੇਬਲ ਵਰਕ ਹੁੰਦਾ ਹੈ, ਇੱਕ ਫੀਲਡ ਵਰਕ ਹੁੰਦਾ ਹੈ। ਜਿਹੜਾ ਟੇਬਲ ਵਰਕ ਹੁੰਦਾ ਹੈ ਉਹ ਤਾਂ ਹੁੰਦਾ ਕਿ ਤੁਸੀਂ ਕਿਤਾਬਾਂ ਫਰੋਲ ਕੇ ਜੋ ਹੈ ਉਹਨਾਂ ਵਿੱਚੋਂ ਲੱਭ ਕੇ ਤੁਸੀਂ ਕੰਮ ਕਰਨਾ ਹੈ। ਅਤੇ ਇੱਕ ਹੁੰਦਾ ਫੀਲਡ ਵਰਕ ਵਿੱਚ ਬੰਦਾ ਜੋ ਹੈ ਦੂਜੀਆਂ ਥਾਵਾਂ 'ਤੇ ਜਾ ਕੇ ਜੋ ਹੈ ਉਹਨਾਂ ਦੇ ਲੋਕਾਂ ਦੇ ਕਲਚਰ ਦਾ ਅਧਿਐਨ ਕਰਦਾ ਹੈ। ਹੁਣ ਕਈਆਂ ਥਾਵਾਂ 'ਤੇ ਜੇਕਰ ਕਿਸੇ ਨੇ ਔਰਤ ਦੇ ਸੰਦਰਭ ਵਿੱਚ ਪਿੰਡ ਦੇ ਬਹੁਤ ਹੀ ਅਜਿਹੇ ਰਿਮੋਟ ਏਰੀਆਜ਼ ਜਿਹੜੇ ਬਹੁਤ ਦੂਰ ਲੋਕ ਰਹਿੰਦੇ ਨੇ, ਉੱਥੇ ਔਰਤ ਦੀ ਸਥਿਤੀ ਜੇਕਰ ਜਾਣਨੀ ਹੈਗੀ ਹੈ ਨਾ, ਤਾਂ ਉਹ ਬੰਦਾ ਔਰਤ ਨਾਲ ਉੱਥੇ ਗੱਲ ਨਹੀਂ ਕਰ ਸਕਦਾ ਸਿੱਧਾ ਜਾ ਕੇ ਕਿ ਔਰਤ ਨਾਲ ਗੱਲ ਕਰ ਲਏਗਾ ਕਿ ਹਾਂ ਜੀ ਤੁਹਾਡੀ ਸਥਿਤੀ ਕਿਹੋ ਜਿਹੀ ਹੈਗੀ ਹੈ। ਨਹੀਂ, ਉਹ ਪਰਦੇ 'ਚ ਰਹੇਗੀ। ਮਤਲਬ ਕਿ ਉਹ ਬੰਦਾ ਦੱਸ ਰਿਹਾ ਸੀ ਜਿਹਦੀ ਮੈਂ ਤੁਹਾਨੂੰ ਗੱਲ ਸੁਣਾਉਣ ਲੱਗੀ ਸੀ ਕਿ ਉਹ ਮਣੀਪੁਰ ਦੇ ਜਿਹੜੇ ਹੈ ਕਲਚਰ ਦਾ ਅਧਿਐਨ ਕਰ ਰਿਹਾ ਸੀਗਾ, ਅਤੇ ਉੱਥੇ ਜੋ ਹੈ ਉਹਨੇ ਜਦੋਂ ਔਰਤ ਦੀ ਸਥਿਤੀ ਦੀ ਉਹਨੇ ਉੱਥੇ ਦੇਖਣਾ ਸੀ,
ਤੇ ਉਹਨੂੰ ਜੋ ਹੈ ਔਰਤ ਦੇ ਨਾਲ ਸਿੱਧੇ ਗੱਲ ਨਹੀਂ ਕਰਨ ਦਿੱਤੀ ਗਈ। ਔਰਤ ਜੋ ਹੈ ਦੀਵਾਰ ਦੇ ਦੂਜੇ ਪਾਸੇ ਸੀਗੀ ਤੇ ਉਹ ਇੱਧਰਲੇ ਪਾਸੇ ਖੜ ਕੇ ਉਹਦੇ ਕੋਲੋਂ ਕੁਐਸਚਨ ਪੁੱਛ ਰਿਹਾ ਸੀ। ਮਤਲਬ ਕਿ ਉਹਨਾਂ ਨੂੰ ਇਹ ਨਹੀਂ ਸੀ ਕਿ ਜਿਵੇਂ ਦੇ ਉਹ ਆਪ ਆਪਣੇ ਇੱਧਰ ਵਾਲੇ ਕਲਚਰ ਵਿੱਚ ਔਰਤ ਨਾਲ ਗੱਲ ਕਰ ਸਕਦੇ ਨੇ ਕਿ ਉਹ ਉੱਥੇ ਔਰਤ ਨਾਲ ਗੱਲ ਕਰ ਲੈਣ। ਇਹ ਹੁੰਦਾ ਕਿ ਉਹਨਾਂ ਦਾ ਆਪਣਾ ਜੇਕਰ ਕੋਈ ਅਧਿਐਨ ਕਰਦਾ ਉਹਦਾ ਆਪਣਾ ਕਦਰਾਂ ਕੀਮਤਾਂ ਹੁੰਦੀਆਂ ਨੇ, ਅਤੇ ਜਿੱਥੇ ਦਾ ਉਹਨੇ ਅਧਿਐਨ ਕਰਨਾ ਉਹਨਾਂ ਦੀ ਆਪਣੀ ਕਦਰਾਂ ਕੀਮਤਾਂ ਹੁੰਦੀਆਂ ਨੇ। ਫਿਰ ਅੱਗੇ ਦੇਖੋ, ਸੰਸਕ੍ਰਿਤੀ ਸਰੂਪ ਦੇ ਪੱਖ ਤੋਂ ਆਦਰਸ਼ਕ ਹੁੰਦੀ ਹੈ ਕਿਉਂਕਿ ਇਸ ਵਿੱਚ ਕਈ ਪ੍ਰਕਾਰ ਦੇ ਮੁੱਲ ਅਤੇ ਮਾਨਦੰਡ ਸ਼ਾਮਿਲ ਹੁੰਦੇ ਨੇ। ਇਹਨੂੰ ਜੋ ਹੈ ਆਦਰਸ਼ਾਂ ਨਾਲ ਜੋੜਿਆ ਜਾਂਦਾ, ਕਲਚਰ ਨੂੰ ਆਦਰਸ਼ ਨਾਲ ਜੋੜਿਆ ਜਾਂਦਾ ਕਿਉਂਕਿ ਬਹੁਤ ਤਰ੍ਹਾਂ ਦੇ ਮਾਪਦੰਡ ਇਹਦੇ 'ਚ ਸ਼ਾਮਿਲ ਹੁੰਦੇ ਨੇ। ਅਸੀਂ ਬਹੁਤ ਸਾਰੇ ਮਾਪਦੰਡ ਅਸੀਂ ਆਪਣੇ ਮਨ ਵਿੱਚ, ਆਪਣੇ ਸਮਾਜ ਵਿੱਚ ਬਣਾ ਕੇ ਰੱਖਦੇ ਹਾਂ ਕਿ ਜੇਕਰ ਕੋਈ ਬੰਦਾ ਇਹਨਾਂ ਨੂੰ ਫੋਲੋ ਕਰ ਰਿਹਾ ਅਤੇ ਉਹ ਕਲਚਰ ਵਿੱਚ ਜਿਉ ਰਿਹਾ, ਜੇਕਰ ਇਹਨਾਂ ਨੂੰ ਫੋਲੋ ਨਹੀਂ ਕਰ ਰਿਹਾ ਫਿਰ ਉਹ ਕਲਚਰ ਤੋਂ ਬਾਹਰ ਹੈ, ਉਹਨੂੰ ਆਪਣੇ ਕਲਚਰ ਦਾ ਪਤਾ ਹੀ ਨਹੀਂ। ਕਿਸੇ ਦੇਸ਼ ਦੇ ਸੱਭਿਆਚਾਰ ਦੇ ਨਿਰਮਾਣ ਪਿੱਛੇ ਸਦੀਆਂ ਦਾ ਤਜਰਬਾ ਹੁੰਦਾ ਹੈ। ਸੰਸਕ੍ਰਿਤੀ ਦਾ ਨਿਰਮਾਣ ਕਈ ਤੱਤਾਂ ਦੁਆਰਾ ਹੁੰਦਾ ਹੈ ਜਿਹੜੇ ਇੱਕ ਦੂਜੇ ਨਾਲ ਰਲ ਜੁੜੇ ਹੁੰਦੇ ਨੇ। ਡਾਕਟਰ ਜਸਵਿੰਦਰ ਸਿੰਘ ਦੇ ਸ਼ਬਦਾਂ ਵਿੱਚ ਸੱਭਿਆਚਾਰ ਮਨੁੱਖ ਦੀ ਯੂਨੀਕ ਮਨੋ ਸਰੀਰਕ ਬਣਤਰ ਦਾ ਪਰਿਣਾਮ ਹੈ। ਜਿਹੜੀ ਰੱਬ ਨੇ ਸਾਡੀ ਬਣਤਰ ਬਣਾਈ ਹੈਗੀ ਨਾ, ਕਲਚਰ ਜੋ ਹੈ ਉਹਦਾ ਹੀ ਪਰਿਣਾਮ ਹੈ ਕਿ ਅਸੀਂ ਆਪਣੇ ਸਰੀਰ ਨੂੰ ਕਿਵੇਂ ਢੱਕ ਕੇ ਰੱਖਣਾ ਹੈ, ਇਹ ਸਾਡਾ ਕਲਚਰ ਹੈ। ਸੰਸਕ੍ਰਿਤੀ ਮਨੁੱਖੀ ਲੋੜਾਂ ਨੂੰ ਪੂਰਾ ਕਰਦੀ ਹੈ। ਕਲਚਰ ਜੋ ਹੈ ਉਹ ਹੀ ਸਾਡੀ ਮਨੁੱਖੀ ਲੋੜਾਂ ਨੂੰ ਪੂਰਾ ਕਰਦਾ ਹੈ। ਜੇਕਰ ਇਸ ਨੂੰ ਵਿਆਪਕ ਅਰਥਾਂ ਵਿੱਚ ਲਿਆ ਜਾਵੇ ਤਾਂ ਇਹ ਪਦਾਰਥਕ ਅਤੇ ਗੈਰ ਪਦਾਰਥਕ ਦੋਹਾਂ ਕਿਸਮਾਂ ਦੀਆਂ ਸਾਡੀਆਂ ਜ਼ਰੂਰਤਾਂ ਪੂਰੀ ਕਰਦਾ ਹੈ ਕਲਚਰ, ਠੀਕ ਹੈ ਨਾ। ਸੱਭਿਆਚਾਰ ਸਰਵ ਵਿਆਪੀ ਸਰੂਪ ਦਾ ਹੁੰਦਾ ਹੈ, ਪਰ ਸੱਭਿਆਚਾਰ ਦੇ ਜਿਹੜੇ ਕੁਛ ਅੰਗ ਜਿਹੜੇ ਹੁੰਦੇ ਨੇ ਨਾ ਉਹ ਸਾਂਝੇ ਹੋ ਸਕਦੇ ਨੇ। ਸੱਭਿਆਚਾਰ ਦਾ ਸਰੂਪ ਜਿਹੜਾ ਹੈ ਬਹੁਤ ਵਿਆਪਕ ਹੈ, ਪਰ ਇਹਦੇ ਕੁਝ ਅੰਗ ਸਾਂਝੇ ਹੋ ਸਕਦੇ ਨੇ, ਜਿਵੇਂ ਭਾਸ਼ਾ, ਲੋਕਧਾਰਾ, ਧਰਮ, ਦਰਸ਼ਨ, ਸ਼ਿਲਪ ਆਦਿ ਜਿਹੜੇ ਨੇ ਇਹ ਸਾਂਝੇ ਹੋ ਸਕਦੇ ਨੇ। ਇਹ ਹਰੇਕ ਸੱਭਿਆਚਾਰ ਦੇ ਅੰਦਰ ਪਾਏ ਜਾਂਦੇ ਨੇ, ਪਰ ਹੁੰਦੇ ਸਭ ਦੇ ਵੱਖਰੇ ਵੱਖਰੇ ਨੇ। ਭਾਸ਼ਾ ਸਭ ਦੀ ਵੱਖਰੀ ਹੋਏਗੀ, ਉਹਨਾਂ ਦੀ ਲੋਕਧਾਰਾ ਵੱਖਰੀ ਹੋਏਗੀ, ਧਰਮ ਵੱਖਰਾ, ਦਰਸ਼ਨ ਵੱਖਰਾ, ਸ਼ਿਲਪ ਕਲਾ ਉਹਨਾਂ ਦੀ ਵੱਖਰੀ, ਸਕਿੱਲਸ ਉਹਨਾਂ ਦੀਆਂ ਵੱਖਰੀਆਂ, ਉਹਨਾਂ ਦੀ ਕਿਰਤ ਵੱਖਰੀ, ਠੀਕ ਹੈ ਨਾ ਬੇਟਾ। ਬਹੁਤ ਲੰਬੀ ਹੋ ਗਈ ਵੀਡੀਓ, ਅਗਲਾ ਪੋਰਸ਼ਨ ਅਗਲੇ ਉਹਦੇ 'ਚ ਵੀਡੀਓ 'ਚ ਕਰਾਂਗੇ। ਓਕੇ ਬੇਟਾ, ਥੈਂਕ ਯੂ।